ਹੈਲੋ ਫਰੈਂਡਸ, ਸੀਬੀਸੀ ਇੰਸਟੀਚਿਊਟ ਦੇ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਜਿਸ ਤਰੀਕੇ ਨਾਲ ਆਪਾਂ ਡਿਸਕਸ ਕਰ ਰਹੇ ਸੀ ਸਾਇੰਸ ਦੇ ਇੰਪੋਰਟੈਂਟ ਕੁਐਸਚਨਸ ਨੂੰ, ਅੱਜ ਆਪਾਂ ਡਿਸਕਸ ਕਰਾਂਗੇ ਇਹਦਾ ਪਾਰਟ 8। ਤਾਂ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਸਾਇੰਸ ਦੇ। ਤਾਂ ਇੱਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਰਹਿਣਾ ਜੋ ਕਿ ਆਪਣੇ ਕੁਐਸਚਨਸ ਬਣਦੇ ਨੇ। ਤਾਂ ਆਪਾਂ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਤੇ ਜੋ ਚੀਜ਼ਾਂ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਤਾਂ ਉਹਨਾਂ ਨੂੰ ਵੀ ਜ਼ਰੂਰ ਯਾਦ ਰੱਖਣਾ। ਤਾਂ ਚੱਲਦੇ ਹਾਂ ਜੀ ਅੱਜ ਆਪਣੇ ਪਹਿਲੇ ਕੁਐਸਚਨ ਤੇ। ਫਸਟ ਕੁਐਸਚਨ ਕੀ ਹੈ, ਨੇਮ ਦਾ ਕੈਟਾਲਿਸਟ ਯੂਜ਼ਡ ਇਨ ਦਾ ਕਨਵਰਜਨ ਆਫ ਮਿਲਕ ਇਨਟੂ ਕਰਡ। ਜਦੋਂ ਦੁੱਧ ਦਹੀਂ ਦੇ ਵਿੱਚ ਕਨਵਰਟ ਹੁੰਦਾ ਉਹਨੂੰ ਕਿਹੜਾ ਕੈਟਾਲਿਸਟ ਯੂਜ਼ ਕੀਤਾ ਹੈ। ਪ੍ਰੀਵੀਅਸ ਸੈਸ਼ਨਸ ਦੇ ਵਿੱਚ ਆਪਾਂ ਪੜ੍ਹਿਆ ਸੀ ਕੈਟਾਲਿਸਟ ਇੱਕ ਉਹ ਸਬਸਟਾਂਸ ਹੁੰਦਾ ਹੈ ਜੋ ਕੀ ਕਰਦਾ ਹੈ, ਕਿਸੇ ਵੀ ਰਿਐਕਸ਼ਨ ਨੂੰ ਜਾਂ ਤਾਂ ਫਾਸਟ ਕਰ ਦਿੰਦਾ ਜਾਂ ਸਲੋ ਕਰ ਦਿੰਦਾ ਹੈ। ਤਾਂ ਜਨਰਲੀ ਜਿਵੇਂ ਆਪਾਂ ਨੂੰ ਪਤਾ ਵੀ ਮਿਲਕ ਕਰਡ ਦੇ ਵਿੱਚ ਚੇਂਜ ਹੁੰਦਾ ਤਾਂ ਇਹ ਵੀ ਇੱਕ ਰਿਐਕਸ਼ਨ ਹੀ ਹੈ। ਇੱਕ ਉਸ ਰਿਐਕਸ਼ਨ ਵਿੱਚ ਕੈਟਾਲਿਸਟ ਕਿਹੜਾ ਯੂਜ਼ ਹੁੰਦਾ, ਮਤਲਬ ਕਿਹੜਾ ਸਬਸਟਾਂਸ ਹੁੰਦਾ ਜੋ ਉਹਨੂੰ ਚੇਂਜ ਕਰ ਦਿੰਦਾ ਹੈ ਕਰਡ ਦੇ ਵਿੱਚ। ਤੇ ਦਾ ਆਨਸਰ ਹੈ ਜੀ ਸੀ ਆਪਸ਼ਨ, ਲੈਕਟੇਜ਼। ਤਾਂ ਇੱਕ ਚੀਜ਼ ਥੋੜ੍ਹਾ ਜਿਹਾ ਹਿੰਟ ਆਪਾਂ ਯਾਦ ਰੱਖਾਂਗੇ, ਇੱਕ ਜਿਵੇਂ ਕਿ ਆਪਾਂ ਯਾਦ ਰੱਖਾਂਗੇ ਵੀ ਜਿੱਥੇ ਵੀ ਮਿਲਕ ਦੀ ਗੱਲ ਹੋਗੀ, ਜਿੱਥੇ ਮਿਲਕ ਦੀ ਗੱਲ ਹੋਗੀ ਉੱਥੇ ਆ ਲੈਕਟੋ ਵਰਡ ਜ਼ਰੂਰ ਨਾਲ ਜੁੜਿਆ ਹੋਊਗਾ। ਇਹ ਆਪਾਂ ਐਗਜ਼ਾਮ ਦੇ ਵਿੱਚ ਧਿਆਨ ਰੱਖ ਸਕਦੇ ਹਾਂ। ਜਿੱਥੇ ਆਪਾਂ ਨੂੰ ਲੈਕਟੋ ਵਰਡ ਮਿਲ ਗਿਆ, ਲੈਕਟ ਮਿਲ ਗਿਆ, ਲੈਕਟੋ ਮਿਲ ਗਿਆ, ਉਹਦਾ ਰਿਲੇਸ਼ਨ ਹਮੇਸ਼ਾ ਮਿਲਕ ਨਾਲ ਹੋਊਗਾ। ਇਹ ਵੀ ਯਾਦ ਰੱਖਣਾ ਹੈ। ਜਿਵੇਂ ਕਿ ਆਪਾਂ ਨੂੰ ਕੁਐਸਚਨ ਪੁੱਛਿਆ ਜਾਂਦਾ ਹੈ ਪਿਓਰਿਟੀ ਆਫ ਮਿਲਕ। ਮਿਲਕ ਦੀ ਪਿਓਰਿਟੀ ਨੂੰ ਕਿਹੜੇ ਇੰਸਟਰੂਮੈਂਟ ਨਾਲ ਮਾਪਿਆ ਜਾਂਦਾ, ਤੇ ਇਹਦਾ ਆਨਸਰ ਕੀ ਯਾਦ ਰੱਖਣਾ ਜੀ, ਲੈਕਟੋਮੀਟਰ। ਵੈਰੀ ਇੰਪੋਰਟੈਂਟ, ਇਹ ਮੀਟਰ ਇੰਸਟਰੂਮੈਂਟ ਹੈ ਜੋ ਕਿ ਆਪਾਂ ਨੂੰ ਕੀ ਦੱਸਦਾ ਪਿਓਰਿਟੀ ਆਫ ਮਿਲਕ। ਦੁੱਧ ਦੀ ਜਿਹੜੀ ਸ਼ੁੱਧਤਾ ਹੁੰਦੀ ਹੈ, ਪਿਓਰਿਟੀ ਵੀ ਦੁੱਧ ਦੇ ਵਿੱਚ ਕਿੰਨਾ ਕੁ ਪਾਣੀ ਹੈ, ਉਹ ਦੱਸਦਾ ਕਿ ਇੰਸਟਰੂਮੈਂਟ ਲੈਕਟੋਮੀਟਰ। ਦੂਸਰਾ ਆਪਾਂ ਨੂੰ ਇਹ ਵੀ ਕੁਐਸਚਨ ਆ ਸਕਦਾ ਵੀ ਦੱਸੋ ਜਿਹੜਾ ਮਿਲਕ ਹੁੰਦਾ ਉਹਦਾ ਪੀਐਚ ਕੀ ਹੁੰਦਾ ਹੈ, ਪੀਐਚ ਆਫ ਮਿਲਕ। ਪੀਐਚ ਸਕੇਲ ਆਪਾਂ ਨੂੰ ਪਤਾ ਹੀ ਹੈ ਜੋ ਆਪਾਂ ਨੂੰ ਇਹ ਦੱਸਦਾ ਵੀ ਕੋਈ ਚੀਜ਼ ਐਸਿਡ ਹੈ ਜਾਂ ਬੇਸ ਹੈ। ਤਾਂ ਮਿਲਕ ਦਾ ਪੀਐਚ ਹੁੰਦਾ ਜੀ 6.7। ਜਿਵੇਂ ਕਿ 7 ਨਿਊਟਰਲ ਹੈ ਤਾਂ ਥੋੜ੍ਹਾ ਜਿਹਾ ਐਸਿਡਿਕ ਹੁੰਦਾ, 6.7 ਇਹਦਾ ਕੀ ਹੁੰਦਾ ਪੀਐਚ। ਜਦੋਂ ਮਿਲਕ ਖੱਟਾ ਹੋ ਜਾਂਦਾ ਹੈ ਨਾ, ਤਾਂ ਮਿਲਕ ਜਦੋਂ ਖੱਟਾ ਹੋ ਜਾਂਦਾ ਉਦੋਂ ਵੀ ਵਿੱਚ ਐਸਿਡ ਆ ਜਾਂਦਾ। ਉਹ ਕਿਹੜਾ ਐਸਿਡ ਆ ਜਾਂਦਾ ਇਹ ਵੀ ਆਪਾਂ ਯਾਦ ਰੱਖਣਾ। ਉਹ ਐਸਿਡ ਦਾ ਨਾਮ ਹੈ ਜੀ ਲੈਕਟਿਕ ਐਸਿਡ। ਲੈਕਟਿਕ ਐਸਿਡ, ਇਹ ਵੀ ਕੁਐਸਚਨ ਆਪਾਂ ਨੂੰ ਆ ਸਕਦਾ ਜਿਹੜਾ ਮਿਲਕ ਖੱਟਾ ਹੋ ਜਾਂਦਾ ਉਹਦੇ ਵਿੱਚ ਕਿਹੜਾ ਐਸਿਡ ਆ ਜਾਂਦਾ, ਲੈਕਟਿਕ ਐਸਿਡ। ਤੇ ਸਾਰੇ ਇੰਪੋਰਟੈਂਟ ਚੀਜ਼ਾਂ ਸੀ ਆਪਾਂ ਧਿਆਨ ਰੱਖਣੀ ਹੈ। ਚਲਦੇ ਨੈਕਸਟ ਕੁਐਸਚਨ ਤੇ, ਵਿਚ ਆਫ ਦਾ ਫੋਲੋਇੰਗ ਪ੍ਰੋਪਰਟੀਜ਼ ਇਜ਼ ਨੋਟ ਸ਼ੋਨ ਬਾਏ ਦਾ ਸੋਲਿਡ ਮਟੀਰੀਅਲਸ। ਦੇਖੋ ਆਪਣੇ ਕੋਲ 3 ਸਟੇਟਸ ਹੁੰਦੀਆਂ, ਸੋਲਿਡ, ਲਿਕੁਇਡ ਐਂਡ ਗੈਸ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਪ੍ਰੋਪਰਟੀ ਹੈ ਜੋ ਸੋਲਿਡਸ ਦੀ ਨਹੀਂ ਹੁੰਦੀ, ਨੋਟ। ਤਾਂ ਇਹਦਾ ਆਨਸਰ ਹੈ ਜੀ ਸੈਕੰਡ ਆਪਸ਼ਨ, ਫਲੂਇਡਿਟੀ। ਫਲੂਇਡਿਟੀ ਸੋਲਿਡਸ ਦੀ ਨਹੀਂ ਹੁੰਦੀ। ਫਲੂਇਡਿਟੀ ਕੀ ਹੈ, ਫਲੂਇਡਿਟੀ ਵਰਡ ਬਣਿਆ ਫਲੂਇਡ ਤੋਂ। ਫਲੂਇਡਸ ਕੀ ਹੁੰਦੇ ਆ, ਜਿਹੜੇ ਫਲੋ ਕਰ ਸਕਦੇ ਆ, ਹੈ ਨਾ। ਫਲੂਇਡਸ ਕੀ ਹੁੰਦੇ ਜਿਹੜੇ ਫਲੋ ਕਰ ਸਕਦੇ ਆ, ਬਹਿ ਸਕਦੇ ਆ। ਫਲੋ ਕੌਣ ਕਰ ਸਕਦਾ ਹੈ, ਫਲੋ ਤਾਂ ਦੋ ਚੀਜ਼ਾਂ ਕਰ ਸਕਦੀਆਂ, ਇੱਕ ਗੈਸਿਸ ਕਰ ਸਕਦੇ ਜਾਂ ਤਾਂ ਲਿਕੁਇਡ ਕਰ ਸਕਦੇ। ਤਾਂ ਆਪਾਂ ਯਾਦ ਰੱਖਣਾ ਵੀ ਜਿਹੜੇ ਲਿਕੁਇਡ ਹੁੰਦੇ ਆ ਅਤੇ ਗੈਸਿਸ ਹੁੰਦੇ ਆ ਉਹਨਾਂ ਦੀ ਫਲੂਇਡਿਟੀ ਹੁੰਦੀ ਹੈ, ਬਟ ਸੋਲਿਡ ਮਟੀਰੀਅਲਸ ਦੀ ਫਲੂਇਡਿਟੀ ਨਹੀਂ ਹੁੰਦੀ। ਸੋਲਿਡ ਮਟੀਰੀਅਲ ਦੀ ਡਕਟਿਲਿਟੀ ਹੁੰਦੀ ਹੈ। ਡਕਟਿਲਿਟੀ ਦਾ ਮਤਲਬ ਕੀ ਹੈ, ਆਪਾਂ ਸੋਲਿਡ ਮਟੀਰੀਅਲ ਦੀ ਵਾਇਰਸ ਬਣਾ ਸਕਦੇ ਹਾਂ, ਤਾਰਾਂ ਬਣਾ ਸਕਦੇ, ਜਿਵੇਂ ਕਿ ਆਇਰਨ ਹੋ ਗਿਆ। ਸੋਲਿਡ ਮਟੀਰੀਅਲ ਹਾਰਡ ਵੀ ਹੁੰਦੇ ਆ, ਸੋਲਿਡ ਮਟੀਰੀਅਲ ਬ੍ਰਿਟਲ ਵੀ ਹੁੰਦੇ ਆ। ਹਾਰਡ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ, ਹਾਰਡ ਮਤਲਬ ਕੀ ਹੁੰਦਾ, ਜੋ ਬਹੁਤ ਜ਼ਿਆਦਾ ਸਖਤ ਹੁੰਦਾ ਹੈ। ਆਪਾਂ ਨੂੰ ਇੱਕ ਕੁਐਸਚਨ ਆ ਜਾਂਦਾ ਹੈ, ਵਟ ਇਜ਼ ਦਾ ਹਾਰਡੈਸਟ ਫੋਰਮ ਆਫ ਕਾਰਬਨ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਲਈ। ਹਾਰਡੈਸਟ ਫੋਰਮ ਆਫ ਕਾਰਬਨ, ਵੈਰੀ ਇੰਪੋਰਟੈਂਟ, ਯਾਦ ਰੱਖਣਾ। ਤਾਂ ਹਾਰਡੈਸਟ ਫੋਰਮ ਆਫ ਕਾਰਬਨ ਹੈ ਜੀ ਡਾਇਮੰਡ। ਤਾਂ ਡਾਇਮੰਡ ਵੀ ਕਿਸ ਚੀਜ਼ ਦਾ ਬਣਿਆ ਹੁੰਦਾ, ਕਾਰਬਨ ਦਾ। ਅਤੇ ਕਾਰਬਨ ਦੀ ਸਭ ਤੋਂ ਹਾਰਡੈਸਟ ਫੋਰਮ ਕਿਹੜੀ ਹੈ ਜੀ, ਡਾਇਮੰਡ। ਇਹ ਵੀ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਆਪਾਂ ਨੂੰ ਬਣਦਾ। ਬ੍ਰਿਟਲ ਵਰਡ ਦਾ ਮਤਲਬ ਕੀ ਹੁੰਦਾ, ਬ੍ਰਿਟਲ ਵਰਡ ਆਪਾਂ ਇਹ ਮਤਲਬ ਹੁੰਦਾ ਵੀ ਜੋ ਹਾਰਡ ਤਾਂ ਹੁੰਦਾ ਪਰ ਈਜ਼ੀਲੀ ਬ੍ਰੋਕੇਬਲ ਹੁੰਦਾ, ਟੁੱਟ ਜਾਂਦਾ। ਜਿਵੇਂ ਕਿ ਬ੍ਰਿਟਲ ਮਟੀਰੀਅਲ ਦੇ ਵਿੱਚ ਆਪਾਂ ਐਗਜ਼ਾਮਪਲ ਯਾਦ ਰੱਖਾਂਗੇ ਗਲਾਸ ਦੀ, ਕੰਚ। ਜੋ ਕੰਚ ਹੁੰਦਾ ਦੇਖੋ ਕੀ ਹੈ, ਵੈਸੇ ਤਾਂ ਹਾਰਡ ਹੁੰਦਾ ਪਰ ਜੇ ਇੱਕ ਵਾਰ ਵੀ ਜ਼ਮੀਨ 'ਚ ਗਿਰਦਾ ਤਾਂ ਉਹ ਟੁੱਟ ਜਾਂਦਾ ਹੈ ਨਾ। ਤਾਂ ਉਹ ਬ੍ਰਿਟਲ ਮਟੀਰੀਅਲ ਦੀ ਐਗਜ਼ਾਮਪਲ ਹੈ ਗਲਾਸ। ਚਲਦੇ ਆਪਣੇ ਨੈਕਸਟ ਕੁਐਸਚਨ ਤੇ। ਥਰਡ ਕੁਐਸਚਨ ਹੈ, ਹੂ ਡਿਸਕਵਰਡ ਦਾ ਥਿਊਰੀ ਆਫ ਰਿਲੇਟੀਵਿਟੀ। ਇੱਕ ਥਿਊਰੀ ਸੀ, ਥਿਊਰੀ ਆਫ ਰਿਲੇਟੀਵਿਟੀ, ਇਹਨੂੰ ਕਿੰਨੇ ਦੱਸਿਆ। ਇਹਦਾ ਸੈਕਿੰਡ ਆਪਸ਼ਨ ਆਨਸਰ ਹੈ ਜੀ ਐਲਬਰਟ ਆਇਨਸਟੀਨ। ਵੈਰੀ ਇੰਪੋਰਟੈਂਟ, ਐਲਬਰਟ ਆਇਨਸਟਾਈਨ ਨੇ ਦਿੱਤੀ ਸੀ ਥਿਊਰੀ ਆਫ ਰਿਲੇਟੀਵਿਟੀ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਐਲਬਰਟ ਆਇਨਸਟਾਈਨ ਨੂੰ 1921 ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਸੀ, ਇਹ ਵੀ ਯਾਦ ਰੱਖਣਾ। ਐਲਬਰਟ ਆਇਨਸਟਾਈਨ ਨੂੰ 1921 ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ। ਨੋਬਲ ਪ੍ਰਾਈਜ਼ ਕਿਉਂ ਮਿਲਿਆ, ਉਹਨਾਂ ਨੇ ਲਾਅ ਦਿੱਤਾ ਸੀ, ਉਸ ਲਾਅ ਦਾ ਨਾਮ ਹੈ ਲਾਅ ਆਫ ਫੋਟੋ ਇਲੈਕਟ੍ਰਿਕ ਇਫੈਕਟ। ਲਾਅ ਆਫ ਫੋਟੋ ਇਲੈਕਟ੍ਰਿਕ ਇਫੈਕਟ, ਇਹਦੇ ਕਰਕੇ 1921 ਦੇ ਵਿੱਚ ਐਲਬਰਟ ਆਇਨਸਟਾਈਨ ਨੂੰ ਕੀ ਮਿਲਿਆ ਸੀਗਾ, ਨੋਬਲ ਪ੍ਰਾਈਜ਼। ਅਤੇ ਕਿਹੜੀ ਉਹਨਾਂ ਨੇ ਇੱਕ ਹੋਰ ਥਿਊਰੀ ਦਿੱਤੀ ਸੀ, ਥਿਊਰੀ ਆਫ ਰਿਲੇਟੀਵਿਟੀ। ਇਸੈਕ ਨਿਊਟਨ ਬਾਰੇ ਆਪਾਂ ਸੁਣੀਏ, ਨਿਊਟਨ ਨੇ ਵੀ 3 ਲਾਅਜ਼ ਦਿੱਤੇ ਸੀ ਮੋਸ਼ਨ ਦੇ, ਹੈ ਨਾ। ਤਾਂ ਆਪਾਂ ਨੂੰ ਕੁਐਸਚਨ ਆ ਸਕਦਾ ਲਾਅ ਆਫ ਮੋਸ਼ਨ ਕਿੰਨੇ ਦੱਸੇ, ਲਾਅਜ਼ ਆਫ ਮੋਸ਼ਨ ਦੱਸੇ ਨਿਊਟਨ ਨੇ। ਫਸਟ ਲਾਅ, ਸੈਕਿੰਡ ਲਾਅ, ਥਰਡ ਲਾਅ, 3 ਲਾਅਜ਼ ਦੱਸੇ ਸੀ। ਚੱਲਦੇ ਜੀ ਆਪਣੇ ਫੋਰਥ ਕੁਐਸਚਨ 'ਤੇ। ਕੀ ਹੈ, ਵਟ ਇਜ਼ ਦਾ ਕੈਮੀਕਲ ਨੇਮ ਆਫ ਵਿਟਾਮਿਨ ਈ। ਵਿਟਾਮਿਨ ਈ ਦਾ ਕੈਮੀਕਲ ਨੇਮ ਕੀ ਹੈ ਜੀ, ਸੈਕਿੰਡ ਆਪਸ਼ਨ ਦਾ ਆਨਸਰ ਹੈ ਟੋਕੋਫੈਰੋਲ। ਜਿਵੇਂ ਆਪਾਂ ਵਿਟਾਮਿਨ ਏ ਦਾ ਯਾਦ ਰੱਖਿਆ ਸੀ, ਵਿਟਾਮਿਨ ਏ ਦਾ ਕੀ ਸੀ, ਵਿਟਾਮਿਨ ਏ ਦਾ ਸੀ ਰੈਟੀਨੋਲ। ਕਾਫੀ ਪੁੱਛਿਆ ਜਾਂਦਾ ਐਗਜ਼ਾਮ 'ਚ, ਰੈਟੀਨੋਲ। ਉਸੇ ਤਰੀਕੇ ਨਾਲ ਵਿਟਾਮਿਨ ਈ ਦਾ ਹੈ ਜੀ ਟੋਕੋਫੈਰੋਲ।
ਤੇ ਵਿਟਾਮਿਨ ਈ ਦੀ ਕਮੀ ਨਾਲ ਕਿਹੜਾ ਡਿਸੀਜ਼ ਹੋ ਜਾਂਦਾ ਹੈ, ਇਹ ਵੀ ਯਾਦ ਰੱਖਣਾ ਹੈ, ਇਨਫਰਟੀਲਿਟੀ ਯਾਨੀ ਕਿ ਬਾਂਝਪਨ, ਇਨਫਰਟੀਲਿਟੀ, ਰੀਪਰੋਡਕਸ਼ਨ ਪਾਵਰ ਘਟ ਜਾਂਦੀ ਹੈ ਜਦੋਂ ਵਿਟਾਮਿਨ ਈ ਦੀ ਕਮੀ ਹੋ ਜਾਂਦੀ ਹੈ। ਤੇ ਟੋਕੋਫਿਰੋਲ ਕੀ ਹੈ ਜੀ ਇਹਦਾ ਕੈਮੀਕਲ ਨੇਮ। ਵਿਟਾਮਿਨਸ ਨੂੰ ਡਿਸਕਵਰ ਕੀਤਾ ਸੀ F.G. ਹੌਪਕਿੰਸ ਤੇ ਵਿਟਾਮਿਨਸ ਦਾ ਨਾਮ ਰੱਖਿਆ ਸੀ C. ਫੰਕ ਨੇ। ਟੋਟਲ ਵਿਟਾਮਿਨਸ ਕਿੰਨੇ ਹੈ 6 A B C D E and K। ਚਲਦੇ ਹਾਂ ਜੀ ਆਪਣੇ 5th ਕੁਐਸਚਨ ਤੇ। ਐਟੋਮਿਕ ਐਕਸਪਲੋਜਨ ਇਜ਼ ਟ੍ਰਿਗਰਡ ਬਾਏ, ਜਿਹੜੇ ਐਟੋਮਿਕ ਬੋਮਬਸ ਹੁੰਦੇ ਆ ਹੈ ਨਾ, ਐਟੋਮਿਕ ਐਕਸਪਲੋਜਨਸ ਹੁੰਦੇ ਆ ਉਹ ਕਿਵੇਂ ਹੁੰਦੇ ਆ? ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇਹਦਾ ਆਨਸਰ ਹੈ ਜੀ 4th ਆਪਸ਼ਨ ਇਹਦਾ ਆਨਸਰ ਹੈ ਅਨਕੰਟਰੋਲਡ ਚੇਨ ਰਿਐਕਸ਼ਨ। ਕੀ ਹੁੰਦਾ ਐਟੋਮਿਕ ਬੋਮ? ਕੁਛ ਨਹੀਂ ਹੈ, ਇੱਕ ਚੇਨ ਰਿਐਕਸ਼ਨ ਬਣ ਜਾਂਦੀ। ਚੇਨ ਰਿਐਕਸ਼ਨ ਦਾ ਮਤਲਬ ਹੈ ਵੀ ਉਹ ਅੱਗੇ ਦੀ ਅੱਗੇ ਰਿਐਕਸ਼ਨ ਚੱਲਦੀ ਰਹਿੰਦੀ ਹੈ, ਰੁਕਦੀ ਨਹੀਂ। ਤਾਂ ਜਦੋਂ ਵੀ ਕੋਈ ਰਿਐਕਸ਼ਨ ਚੱਲਦੀ ਰਹਿੰਦੀ ਹੈ ਰੁਕਦੀ ਨਹੀਂ, ਉਹ ਕਿਹੜੀ ਬਣ ਜਾਂਦੀ ਹੈ? ਚੇਨ ਰਿਐਕਸ਼ਨ ਬਣ ਜਾਂਦੀ ਹੈ। ਤੇ ਦੂਜਾ ਉਹ ਅਨਕੰਟਰੋਲਡ ਹੋ ਜਾਂਦੀ ਹੈ। ਤਾਂ ਐਟੋਮਿਕ ਬੋਂਬ ਅਤੇ ਨਿਊਕਲੀਅਰ ਜਿਹੜੇ ਆਪਾਂ ਪਾਵਰ ਪਲਾਂਟਸ ਦੇਖਦੇ ਇਹਨਾਂ 'ਚ ਕੋਈ ਫਰਕ ਨਹੀਂ ਹੈ। ਨਿਊਕਲੀਅਰ ਪਾਵਰ ਪਲਾਂਟਸ ਦੇ ਵਿੱਚ ਕੀ ਹੁੰਦਾ, ਇਲੈਕਟ੍ਰੀਸਿਟੀ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ, ਲੇਕਿਨ ਉਹਨਾਂ ਦੇ ਵਿੱਚ ਜਿਹੜੀ ਰਿਐਕਸ਼ਨ ਹੈ ਉਹ ਕੰਟਰੋਲਡ ਹੁੰਦੀ ਹੈ ਨਾ, ਉਸ ਰਿਐਕਸ਼ਨ ਨੂੰ ਰੋਕ ਲਿੱਤਾ ਜਾਂਦਾ ਅਤੇ ਆਪਾਂ ਹੀਟ ਐਨਰਜੀ ਨੂੰ ਪ੍ਰੋਡਿਊਸ ਕਰਦੇ ਹਾਂ ਜੋ ਕਿ ਇਲੈਕਟ੍ਰੀਸਿਟੀ ਲਈ ਯੂਜ਼ ਹੁੰਦੀ ਹੈ। ਬਟ ਜਿਹੜੀ ਅਨਕੰਟਰੋਲਡ ਚੇਨ ਰਿਐਕਸ਼ਨ ਹੈ ਇਹਦੇ ਵਿੱਚ ਜਦੋਂ ਰਿਐਕਸ਼ਨ ਰੁਕੇ ਹੀ ਨਾ ਤਾਂ ਉਹ ਨੈਚੁਰਲੀ ਆਪਾਂ ਨੂੰ ਪਤਾ ਹੀ ਉਹ ਬੋਂਬ ਬਣ ਜੂਗਾ। ਅਤੇ ਐਟੋਮਿਕ ਬੋਂਬ ਦਾ ਪ੍ਰਿੰਸੀਪਲ ਇਹੀ ਹੈ ਜੀ ਅਨਕੰਟਰੋਲਡ ਚੇਨ ਰਿਐਕਸ਼ਨ। ਐਟੋਮਿਕ ਬੋਂਬ ਤੁਹਾਨੂੰ ਪਤਾ ਹੀ ਹੈ ਜੀ 2 ਵਾਰੀ ਇਤਿਹਾਸ ਦੇ ਵਿੱਚ 1945 ਦੇ ਵਿੱਚ ਗਿਰਾਏ ਗਏ ਸੀ, ਹੀਰੋਸ਼ੀਮਾ ਅਤੇ ਨਾਗਾਸਾਕੀ। ਹੀਰੋਸ਼ੀਮਾ ਅਤੇ ਨਾਗਾਸਾਕੀ ਜਾਪਾਨ ਦੇ ਜਿਹੜੇ 2 ਸ਼ਹਿਰ ਸੀ ਇਹਨਾਂ ਦੇ ਉੱਤੇ ਅਮਰੀਕਾ ਵੱਲੋਂ ਬੋਂਬ ਗਿਰਾਏ ਗਏ ਸੀ ਐਟੋਮਿਕ ਬੋਂਬ। ਪਹਿਲਾ ਜਿਹੜਾ ਗਿਰਾਇਆ ਗਿਆ ਸੀ ਹੀਰੋਸ਼ੀਮਾ 'ਤੇ ਉਹਦਾ ਨਾਮ ਸੀ ਲਿਟਲ ਬੋਏ, ਅਤੇ ਜਿਹੜਾ ਨਾਗਾਸਾਕੀ 'ਤੇ ਗਿਰਾਇਆ ਗਿਆ ਸੀ ਉਹਦਾ ਨਾਮ ਸੀ ਫੈਟ ਮੈਨ। ਸਾਰੇ ਐਟੋਮਿਕ ਬੋਂਬ ਸੀਗੇ ਜੋ ਸੈਕੰਡ ਵਰਲਡ ਵਾਰ ਦੇ ਵਿੱਚ ਅਮਰੀਕਾ ਨੇ ਜਾਪਾਨ 'ਤੇ ਗਿਰਾਏ ਸੀ। ਉਹ ਕੀ ਹੁੰਦਾ ਜੀ ਅਨਕੰਟਰੋਲਡ ਚੇਨ ਰਿਐਕਸ਼ਨ। ਚੱਲਦੇ ਜੀ ਆਪਣੇ 6th ਕੁਐਸਚਨ 'ਤੇ। ਕੀ ਹੈ ਦਾ ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ? ਸਾਰੀ ਆਪਸ਼ਨਸ ਦੇ ਵਿੱਚੋਂ ਜਿਹੜਾ ਬੈਸਟ ਕੰਡਕਟਰ ਹੈ ਇਲੈਕਟ੍ਰੀਸਿਟੀ ਦਾ, ਬੈਸਟ ਕੰਡਕਟਰ ਇਲੈਕਟ੍ਰੀਸਿਟੀ ਦਾ ਇਹ ਮਤਲਬ ਹੈ ਜੋ ਆਪਣੇ ਦੇ ਵਿੱਚੋਂ ਇਲੈਕਟ੍ਰਿਕ ਕਰੰਟ ਨੂੰ ਫਲੋ ਕਰਾ ਸਕਦਾ। ਅਤੇ ਕਰੰਟ ਦੇ ਆਪਾਂ ਯੂਨਿਟਸ ਪੜ੍ਹੇ ਹੀ ਸੀ ਜੀ। ਕਰੰਟ ਦੀ ਯੂਨਿਟਸ ਕੀ ਹੈ? ਕਰੰਟ ਦੇ ਯੂਨਿਟ ਹੁੰਦੇ ਜੀ ਐਂਪੀਅਰ। ਕਰੰਟ ਨੂੰ ਮਾਪਣ ਵਾਸਤੇ ਆਪਾਂ ਇੱਕ ਇੰਸਟਰੂਮੈਂਟ ਵੀ ਯਾਦ ਰੱਖਣਾ ਹੈ, ਇੰਸਟਰੂਮੈਂਟ ਦਾ ਨਾਮ ਹੈ ਜੀ ਐਮੀਟਰ। ਤਾਂ ਐਮੀਟਰ ਇੰਸਟਰੂਮੈਂਟ ਹੈ, ਕਰੰਟ ਦੇ ਯੂਨਿਟ ਐਂਪੀਅਰ। ਅਤੇ ਇਹਨਾਂ ਸਾਰਿਆਂ ਦੇ ਵਿੱਚੋਂ ਬੈਸਟ ਕੰਡਕਟਰ ਕਿਹੜਾ ਜੀ? ਇਹਦਾ ਆਨਸਰ ਹੈ 4th ਆਪਸ਼ਨ ਸੋਲਟ ਵਾਟਰ, ਯਾਨੀ ਕਿ ਨਮਕੀਨ ਪਾਣੀ। ਦੇਖੋ ਪਾਣੀ ਦੇ ਵਿੱਚ ਜਦੋਂ ਆਪਾਂ ਨਮਕ ਪਾ ਦਿੰਦੇ ਹਾਂ, ਨਮਕ ਦਾ ਫਾਰਮੂਲਾ ਆਪਾਂ ਪੜ੍ਹਿਆ ਹੀ ਸੀ NaCl। ਤਾਂ NaCl ਜਦੋਂ ਪਾਣੀ ਦੇ ਵਿੱਚ ਪਾ ਦਿੰਦੇ ਹਾਂ ਉਹ 2 ਪਾਰਟਸ ਦੇ ਵਿੱਚ ਟੁੱਟ ਜਾਂਦਾ, Na ਪੋਜ਼ੀਟਿਵ Cl ਨੈਗੇਟਿਵ, ਮਤਲਬ ਉਹਦੇ ਵਿੱਚ ਆਇਨਸ ਬਣ ਜਾਂਦੇ ਜਦੋਂ ਵਿੱਚੋਂ ਕਰੰਟ ਫਲੋ ਕਰਦਾ। ਤਾਂ ਆਇਨਸ ਬਣਨ ਕਰਕੇ ਕੀ ਹੈ ਇਲੈਕਟ੍ਰੀਸਿਟੀ ਕੀ ਹੈ ਫਲੋ ਕਰਦੀ ਹੈ ਕਿਹਦੇ ਵਿੱਚੋਂ? ਸੋਲਟ ਵਾਟਰ ਦੇ ਵਿੱਚ। ਤਾਂ ਯਾਦ ਰੱਖਣਾ ਜੀ ਸੋਲਟ ਵਾਟਰ ਇਜ਼ ਦਾ ਇਹਨਾਂ ਸਾਰੀ ਆਪਸ਼ਨਸ ਦੇ ਵਿੱਚੋਂ ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ। ਚੱਲਦੇ ਜੀ ਆਪਣੇ 7th ਕੁਐਸਚਨ 'ਤੇ। ਵਿਚ ਆਫ ਦਾ ਫੋਲੋਇੰਗ ਸਾਇੰਟਿਸਟ ਡਿਸਕਵਰਡ ਆਕਸੀਜਨ ਦੇਖੋ ਰੱਬ ਹੈ ਨਾ, ਜਿਹੜਾ ਕਿ ਸਭ ਤੋਂ ਜ਼ਰੂਰੀ ਆਪਾਂ ਨੂੰ ਜਿਉਣ ਲਈ, ਸਾਹ ਲੈਣ ਲਈ। ਤਾਂ ਉਹ ਜਿਹੜੀ ਆਕਸੀਜਨ ਗੈਸ ਉਹਨੂੰ ਡਿਸਕਵਰ ਕਿੰਨੇ ਕੀਤਾ ਸੀ? ਸਭ ਤੋਂ ਪਹਿਲਾਂ ਕਿੰਨੇ ਦੱਸਿਆ ਸੀ ਵੀ ਇਹ ਆਕਸੀਜਨ ਤਰ੍ਹਾਂ ਦੀ ਗੈਸ ਹੁੰਦੀ ਹੈ? ਇਹ ਸੀ ਆਪਸ਼ਨ ਇਹਦਾ ਆਨਸਰ ਹੈ ਜੋਸਫ ਪ੍ਰਿਸਟਲੇ ਨੇ ਆਪਾਂ ਨੂੰ ਦੱਸਿਆ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਡਿਸਕਵਰ ਕੀਤੀ ਸੀ ਆਕਸੀਜਨ ਦਾ ਫਾਰਮੂਲਾ ਯਾਦ ਰੱਖਣਾ ਹੈ O2 ਆਕਸੀਜਨ ਗੈਸ ਹੈ ਜੋ ਜਿਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਆਪਸ਼ਨਸ ਵੀ ਦੇਖ ਲੈਣਾ। ਐਂਟੋਨੀਨ ਲਵੋਜ਼ੀਅਰ, ਇਸ 'ਤੇ ਕੀ ਕੁਐਸਚਨ ਆਉਂਦਾ? ਐਂਟੋਨੀਨ ਲਵੋਜ਼ੀਅਰ ਇਜ਼ ਨੋਨ ਐਜ਼ ਫਾਦਰ ਆਫ ਮਾਡਰਨ ਕੈਮਿਸਟਰੀ। ਤਾਂ ਫਾਦਰ ਆਫ ਮਾਡਰਨ ਕੈਮਿਸਟਰੀ ਕੌਣ ਸੀ? ਐਂਟੋਨੀਨ ਲਵੋਜ਼ੀਅਰ। ਬਾਕੀ ਵੀ ਦੇਖ ਲੈਂਦੇ ਜੀ। ਜੌਨ ਡਾਲਟਨ ਨੇ ਕੀ ਦੱਸਿਆ ਸੀ? ਅਟੋਮਿਕ ਥਿਊਰੀ। ਇਹ ਸਾਰੇ ਕੁਐਸਚਨ ਨਹੀਂ ਬਣਨਗੇ ਜੋ ਮੈਂ ਤੁਹਾਨੂੰ ਨਾਲ ਦੱਸ ਰਿਹਾ, ਯਾਦ ਰੱਖਣਾ। ਅਟੋਮਿਕ ਥਿਊਰੀ ਸਭ ਤੋਂ ਪਹਿਲਾਂ ਕਿਹਨੇ ਦੱਸੀ ਸੀ? ਜੌਨ ਡਾਲਟਨ ਨੇ, ਯਾਦ ਰੱਖਣਾ, ਇੰਪੋਰਟੈਂਟ ਹੈ। ਇੱਕ ਆ ਵੀ ਕੁਐਸਚਨ ਆਪਾਂ ਯਾਦ ਰੱਖ ਸਕਦੇ ਹਾਂ, ਜਿਹੜੀ ਨਾਈਟ੍ਰੋਜਨ ਗੈਸ ਹੈ N2 ਮਤਲਬ ਕੀ ਹੈ ਜੀ? ਨਾਈਟ੍ਰੋਜਨ। ਅਤੇ ਨਾਈਟ੍ਰੋਜਨ ਗੈਸ ਕਿਹਨੇ ਡਿਸਕਵਰ ਕੀਤੀ ਸੀ? ਇਹਦਾ ਆਨਸਰ ਹੈ ਜੀ ਰਦਰਫੋਰਡ। ਇਹ ਵੀ ਯਾਦ ਰੱਖਣਾ, ਰਦਰਫੋਰਡ ਸੀ ਜਿਨ੍ਹਾਂ ਨੇ ਡਿਸਕਵਰ ਕੀਤੀ ਸੀ ਨਾਈਟ੍ਰੋਜਨ ਗੈਸ। ਅਤੇ ਆਕਸੀਜਨ ਕਿਹਨੇ ਡਿਸਕਵਰ ਕੀਤੀ? ਜੋਸਫ ਪ੍ਰਿਸਟਲੇ। ਚੱਲਦੇ ਜੀ 8th ਕੁਐਸਚਨ। ਵਿਚ ਇਜ਼ ਦਾ ਹਾਈਐਸਟ ਪੀਕ ਇਨ ਦਾ ਸਾਊਥ ਇੰਡੀਆ ਦੇ ਵਿੱਚ ਜਿਹੜੀ ਹਾਈਐਸਟ ਪੀਕ ਹੈ, ਦੇਖੋ ਥੋੜ੍ਹਾ ਜਿਹਾ ਵਿੱਚ ਜੋਗਰਾਫੀ ਦਾ ਕੁਐਸਚਨ ਆ ਗਿਆ ਹੈ ਨਾ, ਹਰ ਚੀਜ਼ 'ਚ ਮਿਲਾਵਟ ਅੱਜ ਕੱਲ੍ਹ, ਚਲੋ ਪਰ ਇਹ ਵੀ ਕੁਐਸਚਨ ਇੰਪੋਰਟੈਂਟ ਹੈ। ਹਾਈਐਸਟ ਪੀਕ ਇਨ ਸਾਊਥ ਇੰਡੀਆ ਦੀ ਸਭ ਤੋਂ ਹਾਈਐਸਟ ਪੀਕ ਦਾ ਨਾਮ ਹੈ ਜੀ ਅਨਾਇਮੁਦੀ। ਵੈਰੀ ਇੰਪੋਰਟੈਂਟ ਕੁਐਸਚਨ। ਅਨਾਇਮੁਦੀ ਕਿੱਥੇ ਹੈ ਜੀ? ਕੇਰਲ ਦੇ ਵਿੱਚ ਹੈ, ਇਹ ਕੇਰਲ ਦੇ ਵਿੱਚ ਹੈ ਅਨਾਇਮੁਦੀ। ਤਾਂ ਕੇਰਲ ਦੇ ਵਿੱਚ ਹੈ ਜੀ ਅਨਾਇਮੁਦੀ। ਉਸੇ ਤਰੀਕੇ ਨਾਲ ਆਪਾਂ ਇਹ ਵੀ ਯਾਦ ਰੱਖਣਾ ਦੋਦਾ ਬੇਟਾ ਕਿੱਥੇ ਹੈ? ਤਮਿਲਨਾਡੂ 'ਚ ਹੈ। ਤਮਿਲਨਾਡੂ ਦੇ ਵਿੱਚ ਇੱਕ ਪੀਕ ਹੈ ਦੋਦਾ ਬੇਟਾ, ਨੀਲਗਿਰੀ ਹਿਲਸ ਹੈ ਜਿੱਥੇ।
ਦੋਦਾ ਬੇਟਾ ਹਾਈਐਸਟ ਪੀਕ ਹੈ ਵੈਸੇ ਨੀਲਗਿਰੀ ਹਿਲਸ ਦੀ, ਦੋਦਾ ਬੇਟਾ ਤਮਿਲਨਾਡੂ 'ਚ ਹੈ, ਅਨਾਈਮੁਦੀ ਕੇਰਲ 'ਚ ਹੈ, ਮਹਿੰਦਰਗਿਰੀ ਯਾਦ ਰੱਖਣਾ ਹੈ, ਮਹਿੰਦਰਗਿਰੀ ਕਿੱਥੇ ਹੈ ਉੜੀਸਾ 'ਚ, ਕਾਫੀ ਇੰਪੋਰਟੈਂਟ ਪੀਕਸ ਹੈ, ਇਹ ਵੀ ਆਪਾਂ ਯਾਦ ਰੱਖ ਸਕਦੇ ਹਾਂ। ਚਲੋ ਚਲਦੇ ਜੀ 9th ਕੁਐਸਚਨ ਸਾਇੰਸ ਦੇ ਕੁਐਸਚਨ 'ਚ। ਹੁਣ ਸਾਇੰਸ ਦੇ ਕੁਐਸਚਨ ਹੈ ਇਹ। 9th ਕੁਐਸਚਨ ਕੀ ਹੈ, ਕੈਰੋਟੀਨ ਇਨ ਫਰੂਟਸ ਐਂਡ ਵੈਜੀਟੇਬਲ ਗਿਵਸ ਇਟਸ ਵਿਚ ਕਲਰ। ਕੈਰੋਟੀਨ ਕੀ ਹੈ, ਇੱਕ ਪਿਗਮੈਂਟ ਹੈ। ਪਿਗਮੈਂਟ ਉਹ ਚੀਜ਼ ਹੁੰਦੀ ਹੈ ਜੋ ਕਿਸੇ ਚੀਜ਼ ਨੂੰ ਕਲਰ ਦਿੰਦੀ ਹੈ। ਤਾਂ ਕੈਰੋਟੀਨ ਫਰੂਟਸ ਅਤੇ ਵੈਜੀਟੇਬਲ ਦੇ ਵਿੱਚੋਂ ਕਹਿੰਦੇ ਕਿਹੜਾ ਕਲਰ ਦਿੰਦੀ ਹੈ ਉਹਨੂੰ, ਇਹਦਾ ਸੀ ਆਪਸ਼ਨ ਆਨਸਰ ਹੈ ਔਰੇਂਜ। ਤਾਂ ਜਦੋਂ ਵੀ ਕੋਈ ਫਰੂਟ ਜਾਂ ਕੋਈ ਵੀ ਵੈਜੀਟੇਬਲ ਔਰੇਂਜ ਕਲਰ ਦੀ ਹੁੰਦੀ ਹੈ ਉਹ ਕਿਉਂ ਹੁੰਦੀ ਹੈ, ਬਿਕੋਜ਼ ਉਹਦੇ ਵਿੱਚ ਜਿਹੜਾ ਪਿਗਮੈਂਟ ਹੁੰਦਾ ਉਹ ਕਿਹੜਾ ਹੁੰਦਾ, ਕੈਰੋਟੀਨ। ਉਸੇ ਤਰੀਕੇ ਨਾਲ ਆਪਾਂ ਨੂੰ ਗ੍ਰੀਨ ਪੁੱਛ ਸਕਦੇ, ਗ੍ਰੀਨ ਵੀ ਇੱਕ ਪਿਗਮੈਂਟ ਹੈ ਹੈ ਨਾ। ਗ੍ਰੀਨ ਕਲਰ ਕਿਉਂ ਹੁੰਦਾ, ਪੱਤੀ ਜਿਹੜੀਆਂ ਹੁੰਦੀਆਂ ਪਲਾਂਟਸ ਦੀਆਂ ਪੱਤੀਆਂ ਹੁੰਦੀਆਂ ਉਹਦਾ ਗ੍ਰੀਨ ਕਲਰ ਕਿਉਂ ਹੁੰਦਾ, ਬਿਕੋਜ਼ ਉਹਦੇ ਵਿੱਚ ਜਿਹੜਾ ਸਬਸਟਾਂਸ ਹੁੰਦਾ ਉਹਦਾ ਨਾਮ ਹੈ ਜੀ ਕਲੋਰੋਫਿਲ। ਕਲੋਰੋਫਿਲ ਇੱਕ ਸਬਸਟਾਂਸ ਸਾਨੂੰ ਗ੍ਰੀਨ ਕਲਰ ਦਿੰਦਾ। ਹੋਰ ਵੀ ਕੁਐਸਚਨ ਆ ਸਕਦਾ, ਹਾਂ ਬਿਲਕੁਲ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਹੋਰ ਦੱਸੂਗਾ ਵੀ ਜਿਵੇਂ ਟਮੈਟੋ ਦਾ ਕਲਰ ਲਾਲ ਕਿਉਂ ਹੁੰਦਾ, ਇਹ ਵੀ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ, ਇੰਪੋਰਟੈਂਟ ਹੈ। ਟਮੈਟੋ ਜਿਹੜੇ ਟਮਾਟਰ ਹੁੰਦੇ ਆ ਉਹ ਲਾਲ ਕਿਉਂ ਹੁੰਦੇ ਆ, ਬਿਕੋਜ਼ ਉਹਦੇ ਲਈ ਇੱਕ ਪਿਗਮੈਂਟ ਹੁੰਦਾ ਲਾਈਕੋਪੀਨ। ਲਾਈਕੋਪੀਨ, ਤਾਂ ਲਾਈਕੋਪੀਨ ਇੰਸਟਰੂਮੈਂਟ ਕਰਕੇ ਟਮੈਟੋ ਲਾਲ ਹੁੰਦੇ ਆ, ਕੈਰੋਟੀਨ ਕਰਕੇ ਔਰੇਂਜ ਕਲਰ ਆਉਂਦਾ ਹੈ, ਅਤੇ ਗ੍ਰੀਨ ਕਲਰ ਕਿਤੇ ਕਰਕੇ ਆਉਂਦਾ ਕਲੋਰੋਫਿਲ ਕਰਕੇ। ਚਲਦੇ ਜੀ 10th ਕੁਐਸਚਨ 'ਤੇ, ਡੈਫੀਸ਼ੀਐਂਸੀ ਆਫ ਵਿਚ ਆਫ ਦਾ ਫੋਲੋਇੰਗ ਕੋਜ਼ਿਸ ਨੋਨ ਕਲੋਟਿੰਗ ਆਫ ਬਲੱਡ। ਵੈਰੀ ਇੰਪੋਰਟੈਂਟ ਕੁਐਸਚਨ, ਇਹ ਵਿਟਾਮਿਨਸ 'ਤੇ ਜ਼ਰੂਰ ਆਉਂਦਾ। ਤਾਂ ਨੋਨ ਮਤਲਬ ਜਦੋਂ ਆਪਣੇ ਕੋਈ ਕੱਟ ਲੱਗ ਜਾਂਦਾ ਤਾਂ ਖੂਨ ਰੁਕਣਾ ਬੰਦ ਨਹੀਂ ਹੁੰਦਾ, ਉਹਨੂੰ ਆਪਾਂ ਕਹਿੰਦੇ ਨੋਨ ਕਲੋਟਿੰਗ ਆਫ ਬਲੱਡ। ਤਾਂ ਇਹ ਕਿਹੜੇ ਵਿਟਾਮਿਨ ਦੀ ਕਮੀ ਕਰਕੇ ਹੁੰਦਾ ਵਿਟਾਮਿਨ ਕੇ। ਜਦੋਂ ਆਪਣੀ ਬੋਡੀ 'ਚ ਵਿਟਾਮਿਨ ਕੇ ਦੀ ਕਮੀ ਹੋ ਜਾਂਦੀ ਹੈ ਉਦੋਂ ਕਰਕੇ ਨੋਨ ਕਲੋਟਿੰਗ ਆਫ ਬਲੱਡ, ਯਾਨੀ ਕਿ ਖੂਨ ਰੁਕਣਾ ਬੰਦ ਨਹੀਂ ਹੁੰਦਾ, ਯਾਦ ਰੱਖਣਾ। ਤਾਂ ਵਿਟਾਮਿਨ ਸੀ 'ਤੇ ਕੁਐਸਚਨ ਆ ਸਕਦਾ, ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਡਿਸੀਜ਼ ਹੁੰਦਾ, ਇਹਦਾ ਆਨਸਰ ਹੈ ਜੀ ਸਕਰਵੀ। ਤਾਂ ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਹੁੰਦਾ। ਈ ਦੀ ਕਮੀ ਨਾਲ ਆਪਾਂ ਪੜ੍ਹੇ ਸੀ, ਈ ਦੀ ਕਮੀ ਨਾਲ ਹੁੰਦਾ ਇਨਫਰਟੀਲਿਟੀ, ਯਾਨੀ ਕਿ ਬਾਂਝਪਨ, ਰੀਪਰੋਡਕਸ਼ਨ ਪਾਵਰ ਘਟ ਜਾਂਦੀ ਹੈ, ਯਾਦ ਰੱਖਣਾ ਹੈ। ਇਹ ਸਾਰੇ ਜ਼ਰੂਰ ਕੁਐਸਚਨ ਆਉਂਦੇ ਵਿਟਾਮਿਨਸ 'ਤੇ, ਦੇਖੋ ਜ਼ਰੂਰ ਕੁਐਸਚਨ ਆ ਜਾਂਦਾ ਐਗਜ਼ਾਮ ਦੇ ਵਿੱਚ, ਜ਼ਰੂਰ ਯਾਦ ਰੱਖਣਾ ਹੈ, ਵੈਰੀ ਇੰਪੋਰਟੈਂਟ। ਚਲਦੇ ਜੀ ਨੈਕਸਟ ਕੁਐਸਚਨ 'ਤੇ। 11th ਕੁਐਸਚਨ ਕੀ ਹੈ, ਵਿਚ ਕੈਮੀਕਲ ਕੰਪਾਊਂਡ ਇਜ਼ ਯੂਜ਼ਡ ਇਨ ਦਾ ਪ੍ਰੋਡਕਸ਼ਨ ਆਫ ਗਨ ਪਾਊਡਰ। ਗਨ ਪਾਊਡਰ ਤੁਸੀਂ ਸੁਣਿਆ ਹੋਊਗਾ, ਜਿਹੜਾ ਬਾਰੂਦ ਵਗੈਰਾ ਬਣਦਾ ਹੈ ਨਾ, ਗਨ ਪਾਊਡਰ। ਤਾਂ ਉਹਦੇ ਵਿੱਚ ਕਿਹੜਾ ਕੈਮੀਕਲ ਕੰਪਾਊਂਡ ਯੂਜ਼ ਹੁੰਦਾ। ਦੇਖੋ ਗਨ ਪਾਊਡਰ ਨੂੰ ਪਹਿਲਾਂ ਤਾਂ ਆਪਾਂ ਯਾਦ ਰੱਖਣਾ ਵੀ ਗਨ ਪਾਊਡਰ ਨੂੰ ਬਲੈਕ ਪਾਊਡਰ ਵੀ ਬੋਲਿਆ ਜਾਂਦਾ। ਬਲੈਕ ਪਾਊਡਰ ਜਿਵੇਂ ਕਿ ਆਪਾਂ ਦੇਖਿਆ ਵੀ ਬਾਰੂਦ ਵਗੈਰਾ ਜਿਵੇਂ ਤੋਪਾਂ ਦੇ ਵਿੱਚ ਹੈ ਨਾ, ਇਹ ਸਾਰਾ ਕੁਝ ਯੂਜ਼ ਹੁੰਦਾ। ਜਿਵੇਂ ਬਾਬਰ ਇੰਡੀਆ 'ਚ ਆਇਆ ਸੀ ਸਭ ਤੋਂ ਪਹਿਲੀ ਵਾਰ, ਉਹਨੇ ਗਨ ਪਾਊਡਰ ਦਾ ਇਸਤੇਮਾਲ ਕੀਤਾ ਸੀ, ਤਾਂ ਹੀ ਕਰਕੇ ਉਹਨੇ ਜਿਹੜੀ ਲੋਧੀਜ਼ ਸੀਗੇ, ਜਿਹੜਾ ਲਾਸਟ ਇਬਰਾਹਿਮ ਲੋਧੀ ਸੀ, ਉਹਦੀ ਸੈਨਾ ਨੂੰ ਹਰਾ ਪਾਇਆ ਸੀ। ਤਾਂ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਐਕਸਪਲੋਸਿਵ ਹੈ, ਕਾਫੀ ਪਹਿਲਾਂ ਯੂਜ਼ ਹੁੰਦਾ ਆ ਰਿਹਾ ਗਨ ਪਾਊਡਰ। ਅਤੇ ਇਹਦੇ ਵਿੱਚ ਹੁੰਦਾ ਕੀ ਹੈ ਜੀ, ਇਹਦੇ ਵਿੱਚ ਹੁੰਦਾ ਪੋਟਾਸ਼ੀਅਮ ਨਾਈਟਰੇਟ। ਪੋਟਾਸ਼ੀਅਮ ਦਾ ਸਿੰਬਲ ਹੈ ਜੀ ਕੇ, ਨਾਈਟਰੇਟ ਮਤਲਬ NO3, ਤਾਂ ਪੋਟਾਸ਼ੀਅਮ ਨਾਈਟਰੇਟ ਦਾ ਫਾਰਮੂਲਾ ਆ ਜਾਊਗਾ ਜੀ KNO3। ਤਾਂ ਇੰਪੋਰਟੈਂਟ ਹੈ ਗਨ ਪਾਊਡਰ ਦਾ ਫਾਰਮੂਲਾ ਪੋਟਾਸ਼ੀਅਮ ਨਾਈਟਰੇਟ KNO3। ਚਲਦੇ ਜੀ 11th ਕੁਐਸਚਨ ਤੋਂ ਬਾਅਦ 12th ਕੁਐਸਚਨ 'ਤੇ, ਵਿਚ ਐਸਿਡ ਇਜ਼ ਪ੍ਰੈਜੈਂਟ ਇਨ ਹਿਊਮਨ ਟੀਅਰ ਫਲੂਇਡ। ਜਦੋਂ ਆਪਣੇ ਆਂਸੂ ਆ ਜਾਂਦੇ, ਜਦੋਂ ਦੇਖੋ ਆਂਸੂ ਕਦੋਂ ਆਉਂਦੇ, ਆਂਸੂ ਉਦੋਂ ਹੀ ਆਉਂਦੇ ਜਦੋਂ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਾਂ ਹੈ ਨਾ, ਜ਼ਿਆਦਾਤਰ। ਬਟ ਆਂਸੂ ਉਦੋਂ ਵੀ ਆਉਂਦੇ ਆ ਜਦੋਂ ਆਪਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ। ਤਾਂ ਹੋਪਸੋ ਤੁਹਾਡੇ ਸਾਰੇ ਉਹੀ ਆਂਸੂ ਹੋਣ ਵੀ ਤੁਸੀਂ ਸਾਰੇ ਜਦੋਂ ਖੁਸ਼ ਹੋ ਹੈ ਨਾ, ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਉਦੋਂ ਆਂਸੂ ਹਨ। ਤਾਂ ਉਹਨਾਂ ਆਂਸੂਆਂ ਦੇ ਵਿੱਚ ਵੀ ਇੱਕ ਐਸਿਡ ਹੁੰਦਾ, ਉਹ ਐਸਿਡ ਕਿਹੜਾ ਹੁੰਦਾ ਜੀ, ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਸਿਆਲਿਕ ਐਸਿਡ। ਸਿਆਲਿਕ ਐਸਿਡ ਪ੍ਰੈਜ਼ੈਂਟ ਹੁੰਦਾ, ਯਾਦ ਰੱਖਣਾ ਹੈ। ਸਿਆਲਿਕ ਐਸਿਡ ਪ੍ਰੈਜ਼ੈਂਟ ਹੁੰਦਾ ਹਿਊਮਨ ਟੀਅਰ ਫਲੂਇਡਸ ਦੇ ਵਿੱਚ। ਫੋਮਿਕ ਐਸਿਡ 'ਤੇ ਇੰਪੋਰਟੈਂਟ ਕੁਐਸਚਨ ਆਉਂਦਾ, ਫੋਮਿਕ ਐਸਿਡ ਕਿਹਦੇ ਵਿੱਚ ਪਾਇਆ ਜਾਂਦਾ, ਆਂਟ ਸਟਿੰਗ। ਜਦੋਂ ਆਂਟ ਮਤਲਬ ਕੋਈ ਕੀੜੀ, ਜਦੋਂ ਕੀੜੀ ਡੰਗ ਮਾਰਦੀ ਹੈ, ਸਟਿੰਗ ਮਤਲਬ ਡੰਗ ਮਾਰਦੀ ਹੈ, ਕੀੜੀ ਦੇ ਡੰਗ ਦੇ ਵਿੱਚ ਕਿਹੜਾ ਹੁੰਦਾ ਜੀ, ਫੋਮਿਕ ਐਸਿਡ ਹੁੰਦਾ। ਫਸਟ ਆਪਸ਼ਨ 'ਤੇ ਚੱਲਦੇ ਹਾਂ, ਸਲਫਿਊਰਿਕ ਐਸਿਡ। ਵੈਰੀ ਇੰਪੋਰਟੈਂਟ, ਸਲਫਿਊਰਿਕ ਐਸਿਡ ਕੀ ਹੈ, H2SO4। ਇਸ 'ਤੇ ਆਪਾਂ ਨੂੰ ਕੁਐਸਚਨ ਆਊਗਾ, ਸਲਫਿਊਰਿਕ ਐਸਿਡ ਇਜ਼ ਨੋਨ ਐਜ਼ ਕਿੰਗ ਆਫ ਆਲ ਐਸਿਡਸ। ਕਿੰਗ ਆਫ ਆਲ ਐਸਿਡਸ ਕਿਹਨੂੰ ਬੋਲਦੇ, ਸਲਫਿਊਰਿਕ ਐਸਿਡ। ਚਲਦੇ ਹਾਂ ਜੀ 13th ਕੁਐਸਚਨ 'ਤੇ, ਵਿਚ ਇਜ਼ ਦ ਲਾਰਜੈਸਟ ਔਰਗਨ ਇਨ ਹਿਊਮਨ ਬੋਡੀ। ਵੈਰੀ ਇੰਪੋਰਟੈਂਟ ਕੁਐਸਚਨ, ਹਿਊਮਨ ਬੋਡੀ ਦਾ ਸਭ ਤੋਂ ਲਾਰਜੈਸਟ ਔਰਗਨ ਕਿਹੜਾ ਜੀ, ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਸਕਿਨ। ਤਾਂ ਸਕਿਨ ਜੋ ਆਪਣੀ ਚਰਬੀ ਹੈ, ਆਪਣੀ ਚਮੜੀ ਹੈ, ਸੌਰੀ, ਇਹਨੂੰ ਕੀ ਬੋਲਿਆ ਜਾਂਦਾ, ਲਾਰਜੈਸਟ ਔਰਗਨ, ਆਪਣੀ ਬੋਡੀ ਦਾ ਸਭ ਤੋਂ ਵੱਡਾ ਅੰਗ ਬੋਲਿਆ ਜਾਂਦਾ ਹੈ। ਤਾਂ ਸਕਿਨ ਦੀ ਇੱਕ ਸਟੱਡੀ ਵੀ ਹੁੰਦੀ ਹੈ, ਸਟੱਡੀ ਆਫ ਸਕਿਨ ਇਜ਼ ਨੋਨ ਐਜ਼ ਡਰਮੈਟੋਲੋਜੀ। ਸਟੱਡੀ ਆਫ ਸਕਿਨ ਇਜ਼ ਨੋਨ ਐਜ਼ ਡਰਮੈਟੋਲੋਜੀ, ਵੈਰੀ ਇੰਪੋਰਟੈਂਟ। ਸਟੱਡੀ ਆਫ ਸਕਿਨ ਇਜ਼ ਨੋਨ ਐਜ਼ ਡਰਮੈਟੋਲੋਜੀ। ਸਟੱਡੀ ਆਫ ਲੀਵਰ, ਲੀਵਰ ਦੀ ਸਟੱਡੀ ਨੂੰ ਕੀ ਬੋਲਦੇ ਆ, ਹੈਪੈਟੋਲੋਜੀ। ਹੈਪੈਟੋਲੋਜੀ। ਲੀਵਰ 'ਤੇ ਕੁਐਸਚਨ ਹੋਰ ਆਉਂਦਾ, ਕੀ ਆਉਂਦਾ ਜੀ, ਲੀਵਰ ਇਜ਼ ਦਾ ਲਾਰਜੈਸਟ ਗਲੈਂਡ ਇਨ ਹਿਊਮਨ ਬੋਡੀ। ਆਪਣੀ ਹਿਊਮਨ ਬੋਡੀ ਦੀ ਸਭ ਤੋਂ ਵੱਡੀ ਗਲੈਂਡ, ਗ੍ਰੰਥੀ। ਗ੍ਰੰਥੀ ਉਹ ਚੀਜ਼ ਹੁੰਦੀ ਹੈ ਜੋ ਹਾਰਮੋਨਸ ਨੂੰ ਸਕ੍ਰੇਟ ਕਰਦੀ ਹੈ। ਤਾਂ ਸਭ ਤੋਂ ਲਾਰਜੈਸਟ ਗਲੈਂਡ ਹੈ ਜੀ ਲੀਵਰ। ਲੀਵਰ 'ਤੇ ਕੁਐਸਚਨ ਹੋਰ ਆ ਸਕਦਾ ਵੀ ਲੀਵਰ ਕਿਹੜੀ ਚੀਜ਼ ਪ੍ਰੋਡਿਊਸ ਕਰਦੀ ਹੈ, ਤਾਂ ਲੀਵਰ ਪ੍ਰੋਡਿਊਸਿਸ ਬਾਈਲ ਜੂਸ।
ਲੀਵਰ ਪ੍ਰੋਡਿਊਸਿਸ ਬਾਈਲ ਜੂਸ, ਜੋ ਆਪਣੀ ਬੋਡੀ 'ਚ ਜ਼ਰੂਰੀ ਹੁੰਦਾ ਆਪਣੇ ਭੋਜਨ ਨੂੰ ਪਚਾਉਣ ਲਈ, ਬਾਈਲ ਜੂਸ ਨੂੰ ਪ੍ਰੋਡਿਊਸ ਕਰਦਾ ਲੀਵਰ। ਇਹ ਵੀ ਯਾਦ ਰੱਖਣਾ ਹੈ। ਚੱਲਦੇ ਹਾਂ ਜੀ 14th ਕੁਐਸਚਨ 'ਤੇ। ਵਿਚ ਆਫ ਦਾ ਫੋਲੋਇੰਗ ਟੇਕਸ ਪਲੇਸ ਡਿਊਰਿੰਗ ਏ ਨਿਊਕਲੀਅਰ ਫਿਊਜ਼ਨ। ਤਾਂ ਇੱਕ ਰਿਐਕਸ਼ਨ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਨਿਊਕਲੀਅਰ ਫਿਊਜ਼ਨ। ਦੇਖੋ ਫਿਊਜ਼ਨ ਦਾ ਮਤਲਬ ਸਿੰਪਲੀ ਤੁਸੀਂ ਯਾਦ ਰੱਖਣਾ, ਫਿਊਜ਼ਨ ਦਾ ਮਤਲਬ ਹੁੰਦਾ ਜੀ ਜੁੜਨਾ। ਤਾਂ ਨਿਊਕਲੀਅਰ ਫਿਊਜ਼ਨ ਦੇ ਵਿੱਚ ਕਿਹੜੀ ਰਿਐਕਸ਼ਨ ਹੁੰਦੀ ਹੈ ਆਪਾਂ ਇਹ ਦੱਸਣਾ। ਤਾਂ ਇਹਦਾ ਸੀ ਆਪਸ਼ਨ ਕਰੈਕਟ ਆਂਸਰ ਹੈ। ਦੇਖੋ 2 ਲਾਈਟਰ ਨਿਊਕਲੀਅਰ ਕੰਬਾਈਨ ਟੂ ਫੋਰਮ ਹੈਵੀ ਨਿਊਕਲੀਅਰ। ਦੇਖੋ ਕੰਬਾਈਨ ਮਤਲਬ ਜੁੜਨਾ। ਇਹਦੇ ਵਿੱਚ ਕੀ ਹੁੰਦਾ 2 ਲਾਈਟਰ ਨਿਊਕਲੀਅਰ ਮਤਲਬ 2 ਛੋਟੇ ਐਟਮਸ, ਇਹ ਜੁੜ ਕੇ ਕੀ ਇੱਕ ਵੱਡਾ ਐਟਮ ਬਣਾਉਂਦੇ ਆ, ਪਲੱਸ ਕੀ ਨਿਕਲਦੀ ਹੈ ਬਹੁਤ ਜ਼ਿਆਦਾ ਹੀਟ। ਤਾਂ ਇਹ ਰਿਐਕਸ਼ਨ ਜਿਹੜੀ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਹੈ ਇਹ ਕਿਹਦੇ ਵਿੱਚ ਯੂਜ਼ ਹੁੰਦੀ ਹੈ, ਸਨ ਦੇ ਵਿੱਚ, ਸੂਰਜ ਦੇ ਵਿੱਚ। ਇਹ ਵੀ ਆਪਾਂ ਯਾਦ ਰੱਖਣਾ ਹੈ, ਸੂਰਜ 'ਚ ਕਿਹੜੀ ਰਿਐਕਸ਼ਨ ਹੁੰਦੀ ਹੈ, ਨਿਊਕਲੀਅਰ ਫਿਊਜ਼ਨ। ਪਰ ਜੇ ਕੁਐਸਚਨ ਆਵੇ ਵੀ ਐਟਮ ਬੋਮਸ ਹੁੰਦੇ ਆ, ਐਟਮ ਬੋਮਸ ਦੇ ਵਿੱਚ ਕਿਹੜੀ ਹੁੰਦੀ ਹੈ, ਐਟਮ ਬੋਮ ਦੇ ਵਿੱਚ ਹੁੰਦੀ ਹੈ ਨਿਊਕਲੀਅਰ ਫਿਸ਼ਨ। ਉਹ ਫਿਸ਼ਨ ਮਤਲਬ ਹੁੰਦਾ ਟੁੱਟਣਾ, ਫਿਊਜ਼ਨ ਮਤਲਬ ਹੁੰਦਾ ਜੁੜਨਾ। ਤਾਂ ਸਨ ਦੇ ਵਿੱਚ ਵੀ ਇਹੀ ਹੁੰਦਾ, ਹਾਈਡਰੋਜਨ ਅਤੇ ਹਾਈਡਰੋਜਨ ਮਿਲ ਕੇ ਕੀ ਹੈ, ਹੀਲੀਅਮ ਬਣਦਾ ਪਲੱਸ ਹੀਟ ਨਿਕਲਦੀ ਹੈ। ਤਾਂ 2 ਲਾਈਟਰ ਨਿਊਕਲੀਅਰ ਯਾਨੀ ਕਿ ਹਾਈਡਰੋਜਨ ਕੰਬਾਈਨ ਟੂ ਫੋਰਮ ਹੈਵੀਅਰ ਨਿਊਕਲੀਅਰ, ਹੈਵੀਅਰ ਕਿਹੜਾ ਜੀ ਇਸ 'ਚੋਂ, ਹੀਲੀਅਮ। ਤਾਂ ਸਨ ਦੇ ਵਿੱਚ ਆ ਰਿਐਕਸ਼ਨ ਹੁੰਦੀ ਹੈ ਵੀ ਯਾਦ ਰੱਖਣਾ, ਹਾਈਡਰੋਜਨ ਪਲੱਸ ਹਾਈਡਰੋਜਨ ਕੰਬਾਈਨ ਟੂ ਫੋਰਮ ਹੀਲੀਅਮ ਪਲੱਸ ਲੋਟਸ ਆਫ ਐਨਰਜੀ। ਚੱਲਦੇ ਜੀ ਆਪਣੇ 15th ਕੁਐਸਚਨ, ਜੋ ਕਿ ਇਸ ਆਪਣੇ ਪਾਰਟ ਦਾ ਲਾਸਟ ਕੁਐਸਚਨ ਹੈ। ਦ ਫਿਨੋਮੀਨਾ ਆਫ ਚੇਂਜ ਇਨ ਦ ਡਾਇਰੈਕਸ਼ਨ ਆਫ ਲਾਈਟ ਵੈਨ ਇਟ ਪਾਸਿਸ ਫਰੋਮ ਵਨ ਮੀਡੀਅਮ ਟੂ ਅਨਦਰ। ਤਾਂ ਕੀ ਹੈ ਕੁਐਸਚਨ, ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ, ਹੁਣ ਮੀਡੀਅਮ ਕੀ ਉੱਪਰ ਮੰਨ ਲਓ ਆਪਾਂ ਏਅਰ ਕਹਿ ਦਿੰਦੇ, ਨੀਚੇ ਆਪਣਾ ਵਾਟਰ, ਹੁਣ ਇਹ 2 ਮੀਡੀਅਮ ਹੋ ਗਏ ਏਅਰ ਅਤੇ ਵਾਟਰ। ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਚਲੀ ਜਾਂਦੀ ਹੈ, ਰਿਫਰੈਕਟ ਹੋ ਜਾਂਦੀ ਹੈ, ਡਾਇਰੈਕਸ਼ਨ ਇਹਦੀ ਚੇਂਜ ਹੋ ਜਾਂਦੀ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ, ਸੀ ਆਂਸਰ ਰੀਫਰੈਕਸ਼ਨ। ਵੈਰੀ ਇੰਪੋਰਟੈਂਟ, ਰੀਫਰੈਕਸ਼ਨ ਆਫ ਲਾਈਟ। ਤਾਂ ਰੀਫਰੈਕਸ਼ਨ ਦੇ ਕੇਸ ਕੀ ਹੁੰਦਾ ਹੈ, ਚੇਂਜ ਇਨ ਦਾ ਡਾਇਰੈਕਸ਼ਨ ਆਫ ਲਾਈਟ ਵੈਨ ਇਸ ਪਾਸਿਸ ਫਰੋਮ ਵਨ ਮੀਡੀਅਮ ਟੂ ਅਨਦਰ। ਵੈਸੇ ਤਾਂ ਡਾਇਰੈਕਸ਼ਨ ਇਹਦੀ ਸਿੱਧੀ ਹੋਣੀ ਚਾਹੀਦੀ ਸੀ ਇੱਦਾਂ, ਪਰ ਕੀ ਹੈ ਥੋੜ੍ਹੀ ਬੈਂਡ ਹੋ ਜਾਂਦੀ ਹੈ। ਤਾਂ ਯਾਦ ਰੱਖਣਾ ਹੈ ਫਿਨੋਮੀਨਾ ਜੀ ਰੀਫਰੈਕਸ਼ਨ ਦਾ। ਰੀਫਰੈਕਸ਼ਨ 'ਤੇ ਆਪਾਂ ਨੂੰ 2 ਕੁਐਸਚਨਸ ਹੋਰ ਆਉਣਗੇ, ਮਤਲਬ ਐਗਜ਼ਾਮਪਲ ਆਪਾਂ ਨੂੰ ਕੁਐਸਚਨ ਆ ਜਾਂਦਾ ਇਸ 'ਤੇ ਰੀਫਰੈਕਸ਼ਨ ਦੇ ਫਿਨੋਮੀਨਾ। ਤਾਂ ਪਹਿਲਾ ਕੀ ਹੈ, ਟਵਿੰਕਲਿੰਗ ਆਫ ਸਟਾਰਸ, ਤਾਰੇ ਕਿਉਂ ਟਿਮਟਿਮਾਉਂਦੇ ਨੇ, ਟਿਮਟਿਮਾਉਂਦੇ ਤਾਰੇ। ਤਾਂ ਤਾਰਿਆਂ ਦੇ ਪਿੱਛੇ ਟਵਿੰਕਲਿੰਗ ਆਫ ਸਟਾਰਸ ਦਾ ਪ੍ਰਿੰਸੀਪਲ ਵੀ ਰੀਫਰੈਕਸ਼ਨ। ਦੂਸਰਾ ਆਪਾਂ ਨੂੰ ਐਗਜ਼ਾਮਪਲ ਆ ਸਕਦੀ ਹੈ ਵੀ ਪੂਲ ਆਫ ਵਾਟਰ ਅਪੀਅਰਸ ਲੈਸ ਡੀਪ ਦੈਨ ਯੂਜੂਅਲ। ਮਤਲਬ ਵੈਸੇ ਤਾਂ ਪੂਲ ਹੈ ਜਿਵੇਂ ਕਿ ਸਵਿਮਿੰਗ ਪੂਲਸ ਹੈ ਉਹ ਜ਼ਿਆਦਾ ਡੀਪ ਹੁੰਦੇ ਆ, ਪਰ ਜਦੋਂ ਆਪਾਂ ਉਹਨੂੰ ਉੱਪਰੋਂ ਦੇਖਦੇ ਹਾਂ ਆਪਾਂ ਨੂੰ ਜ਼ਿਆਦਾ ਡੂੰਘੇ, ਜ਼ਿਆਦਾ ਗਹਿਰੇ ਨਹੀਂ ਦਿਖਦੇ। ਕਿਉਂ? ਇਹ ਵੀ ਇਸ ਕਰਕੇ ਨਹੀਂ ਦਿਖਦੇ, ਬਿਕੋਜ਼ ਆਫ ਰੀਫਰੈਕਸ਼ਨ ਆਫ ਲਾਈਟ। ਉਹ ਆਪਾਂ ਨੂੰ ਐਂ ਲੱਗਦਾ ਵੀ ਡੂੰਘੇ ਨਹੀਂ ਹੈ। ਤਾਂ ਐਗਜ਼ਾਮਪਲਸ ਹੈ ਜੀ ਰਿਫਰੈਕਸ਼ਨ ਆਫ ਲਾਈਟ ਦੀਆਂ। ਤਾਂ ਇਹ ਸੀ ਆਪਣੇ ਪਾਰਟ 8 ਦੇ ਬੈਸਟ ਸਾਇੰਸ ਦੇ ਕੁਐਸਚਨਸ। ਦੇਖੋ ਇਹ 15 ਕੁਐਸਚਨ ਨਾ ਸਮਝੋ, ਇਹਦੇ ਨਾਲ ਨਾਲ ਬਹੁਤ ਸਾਰੇ ਕੁਐਸਚਨਸ ਮੈਂ ਤੁਹਾਨੂੰ ਹੋਰ ਵੀ ਕਰਾ ਦਿੰਦਾ। ਤਾਂ ਇਹ ਸਾਰੇ ਕੁਐਸਚਨਸ ਵੀ ਤੁਸੀਂ ਯਾਦ ਰੱਖਣੇ ਆ ਅਤੇ ਚੰਗੀ ਤਰ੍ਹਾਂ ਇਹਨਾਂ ਕੁਐਸਚਨਸ ਨੂੰ ਯਾਦ ਰੱਖਣਾ, ਧਿਆਨ ਰੱਖਣਾ। ਮਿਲਦੇ ਆ ਜੀ ਆਪਣੇ ਨੈਕਸਟ ਪਾਰਟ ਦੇ ਵਿੱਚ ਹੋਰ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਲੈ ਕੇ। ਥੈਂਕ ਯੂ।